ਅਜੀਤ ਵੈਬ ਟੀਵੀ ਵੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਨਵਾਂਸ਼ਹਿਰ ਤੋਂ ਅਸ਼ੋਕ ਦੁੱਗਲ ਦੇ ਨਾਲ ਪੱਤਰਕਾਰ ਗੁਰਬਖਸ਼ ਸਿੰਘ ਮਹੇ। ਅੱਜ ਅਸੀਂ ਉਸ ਮਹਾਨ ਸ਼ਖਸੀਅਤ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਦਲਿਤ ਸਮਾਜ ਅੰਦਰ ਅਣਖ ਦੀ ਨਵੀਂ ਰੂਹ ਫੂਕੀ। ਮਹਾਨ ਸਮਾਜ ਸੁਧਾਰਕ ਬਾਬਾ ਬੰਤਾ ਰਾਮ ਘੇੜਾ ਜੀ, ਜਿਨ੍ਹਾਂ ਨੂੰ ਜਾਤੀ ਪਾਤੀ ਵਿਤਕਰਿਆਂ ਨਾਲ ਭਰੇ ਸਮਾਜ ਵਿੱਚ ਦਲਿਤਾਂ ਨਾਲ ਹੋ ਰਹੇ ਅਣਮਨੁੱਖੀ ਜ਼ਬਰ ਅਤੇ ਅਨਿਆਂ ਨੂੰ ਝੰਜੋੜਿਆ। ਉਹਨਾਂ ਨੇ ਭਾਰਤੀ ਰੇਲਵੇ ਵਿਭਾਗ ਵਿੱਚ ਨੌਕਰੀ ਕਰਦਿਆਂ SC/ST EMPLOYEES ਐਸੋਸੀਏਸ਼ਨ ਦੀ ਸਥਾਪਨਾ ਕੀਤੀ, ਜਿਸ ਦਾ ਬਾਅਦ ਵਿੱਚ ਵਿਸਥਾਰ ਕਰਕੇ ਆਲ ਇੰਡੀਆ ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬ ਐਸੋਸੀਏਸ਼ਨ ਦਾ ਰੂਪ ਦਿੱਤਾ। ਉਹਨਾਂ ਨੇ ਦਲਿਤ ਸਮਾਜ ਅਤੇ ਹੋਰ ਕਾਮਿਆਂ ਨੂੰ ਇਸ ਝੰਡੇ ਥੱਲੇ ਇਕੱਠੇ ਕਰਕੇ ਆਪਣੇ ਹੱਕਾਂ ਨੂੰ ਪ੍ਰਾਪਤ ਕਰਨ ਦਾ ਜਥੇਬੰਦਕ ਰਾਹ ਦਰਸਾਇਆ। ਬਾਬਾ ਘੇੜਾ ਜੀ ਨੇ ਦੂਸਰਾ ਵੱਡਾ ਕਾਰਜ ਕਰਦਿਆਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨਾਲ ਜੁੜੇ ਇਤਿਹਾਸਕ ਅਸਥਾਨਾਂ ਦੀ ਖੋਜ ਕਰਕੇ ਉਹਨਾਂ ਨਾਲ ਭਾਈਚਾਰੇ ਨੂੰ ਜੋੜਿਆ। ਇਹਨਾਂ ਅਸਥਾਨਾਂ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਸਥਾਨ ਸੀਰ ਗੋਵਰਧਨਪੁਰ ਵਾਰਾਣਸੀ ਅਤੇ ਉਹਨਾਂ ਦੀ ਚਰਨ ਛੋਹ ਪ੍ਰਾਪਤ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਸ਼ੇਸ਼ ਜ਼ਿਕਰਯੋਗ ਹਨ, ਜਿੱਥੇ ਅਸੀਂ ਅੱਜ ਬਿਰਾਜਮਾਨ ਹਾਂ। ਬਾਬਾ ਘੇੜਾ ਜੀ ਨੇ ਆਦਿ ਧਰਮ ਮਿਸ਼ਨ ਭਾਰਤ ਦੀ ਸਥਾਪਨਾ ਕੀਤੀ, ਜਿਸ ਵੱਲੋਂ ਇਹਨਾਂ ਦੀ ਅਗਵਾਈ ਵਿੱਚ 1965 ਤੋਂ 15 ਤੱਕ ਹਰ ਸਾਲ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਤੇ ਸ਼ੋਭਾ ਯਾਤਰਾ ਕੱਢੀ ਜਾਂਦੀ ਰਹੀ। ਅੱਜ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਸਥਾਨ ਸ੍ਰੀ ਚਰਨ ਛੋਹ ਗੰਗਾ ਅੰਮ੍ਰਿਤ ਕੁੰਡ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਇਸ ਮਹਾਨ ਆਗੂ ਬਾਬਾ ਬੰਤਾ ਰਾਮ ਘੇੜਾ ਜੀ ਦਾ 99ਵਾਂ ਜਨਮ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ। ਆਓ ਸੰਗਤ ਨੂੰ ਵਿਖਾਉਂਦੇ ਹਾਂ ਇਸ ਸਮਾਗਮ ਦੀਆਂ ਵੱਖ-ਵੱਖ ਝਲਕੀਆਂ। ਸਾਡੇ ਨਾਲ ਮੌਜੂਦ ਨੇ ਆਲ ਇੰਡੀਆ ਸੰਤ ਸਮਾਜ ਦੇ ਰਾਸ਼ਟਰੀ ਪ੍ਰਧਾਨ ਸੰਤ ਸਰਵਣਦਾਸ ਜੀ। ਇਹਨਾਂ ਕੋਲ ਵੀ ਅਸੀਂ ਜਾਣਨਾ ਚਾਹਾਂਗੇ। ਬਾਬਾ ਜੀ, ਅਜੀਤ ਵੈਬ ਟੀਵੀ ਤੇ ਤੁਹਾਡਾ ਸਵਾਗਤ ਹੈ। ਜੈ ਗੁਰਦੇਵ ਜੀ। ਬਾਬਾ ਜੀ, ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਕਿ ਸਰਬ ਸਮਾਜ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਨਾਲ ਜੋੜਨ ਦੇ ਲਈ ਵੱਡੇ ਪੱਧਰ ਤੇ ਕੀ ਉਪਰਾਲੇ ਕੀਤੇ ਜਾ ਰਹੇ, ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਸਭ ਤੋਂ ਪਹਿਲਾਂ ਅਜੀਤ ਵੈਬ ਚੈਨਲ ਤੇ ਅਸੀਂ ਅਜੀਤ ਅਦਾਰੇ ਦਾ ਧੰਨਵਾਦ ਕਰਦੇ ਹਾਂ ਤੇ ਜੀਆਂ ਕਹਿੰਦੇ ਹਾਂ, ਜਿਹੜੇ ਪੂਰੇ ਵਰਲਡ ਤੱਕ ਪੂਰੀ ਵਿਸ਼ਵ ਨੂੰ ਸ਼ਾਂਤੀ, ਭਾਈਚਾਰਾ ਤੇ ਸੁੱਖ ਸ਼ਾਂਤੀ ਲਈ ਪ੍ਰਚਾਰ ਪ੍ਰਸਾਰ ਲਈ ਸੇਵਾਵਾਂ ਨਿਭਾਉਂਦੇ ਆ। ਅੱਜ ਸ੍ਰੀ ਗੁਰਦਾਸ ਇਤਿਹਾਸਕ ਧੰਨ ਚਰਨ ਛੋਹ ਗੰਗਾ ਅੰਮ੍ਰਿਤ ਕੁੰਡ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ, ਜਿੱਥੇ ਸੰਤ ਬੰਤਾ ਰਾਮ ਘੇੜਾ ਜੀ ਦੇ ਜਨਮ ਦਿਨ ਬੜੀ ਧੂਮਧਾਮ ਦੇ ਨਾਲ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ, ਜਿੱਥੇ ਸਰਵ ਸੰਗਤਾਂ ਨੂੰ ਪ੍ਰਭੂ ਚਰਨਾਂ ਨਾਲ ਜਿੱਥੇ ਆਪਣੀ ਤੇ ਮਨੁੱਖ ਦੀ ਭਲਾਈ ਲਈ ਕੀ ਉਪਰਾਲੇ ਕੀਤੇ ਜਾਂਦੇ, ਇਸ ਸਥਾਨ ਤੋਂ ਸਤਿਗੁਰੂ ਗੁਰਦਾਸ ਮਹਾਰਾਜ ਜੀ ਦਾ ਬਚਨ ਹੈ, ਪੜ੍ਹੀਐ ਗੁਣੀਆਂ ਨਾਮ ਸਭ ਸੁਣੀਏ ਅਨਭਉ ਭਾਉ ਨ ਦਰਸੈ। ਸਤਿਗੁਰਾਂ ਦੇ ਬਚਨ ਮਾਧੂ ਅਵਿਦਿਆ ਹਿਤ ਕੀਮ ਬਬੇਕ ਦੀ ਮਲੀਨ। ਦੂਜੇ ਪਾਸੇ ਪਾਤਸ਼ਾਹ ਕਹਿੰਦੇ ਆ, ਤੜਤਾੜ ਅਪਵਿੱਤਰ ਕਰ ਮਾਨੀਏ ਰੇ, ਜੈਸੇ ਕਾਗਰਾ ਕਰਤ ਵਿਚਾਰਨ। ਤਾੜੀ ਦੇ ਰਥ ਨੂੰ ਅਪਵਿੱਤਰ ਮੰਨਿਆ ਜਾਂਦਾ ਤੇ ਸਤਿਗੁਰੂ ਗੁਰਦਾਸ ਮਹਾਰਾਜ ਉਸ ਵਰਣ ਦੇ ਵਿੱਚ, ਅਖੌਤੀ ਵਰਣ ਦੇ ਵਿੱਚ ਪੈਦਾ ਹੋਏ, ਜਿਨ੍ਹਾਂ ਨੂੰ ਵਿਦਿਆ ਪੜ੍ਹਨ ਦੀ ਮਨਾਹੀ, ਸੁਣਨ ਦੀ ਮਨਾਹੀ, ਕਹਿਣ ਦੀ ਮਨਾਹੀ। ਇਹ ਸਤਿਗੁਰਾਂ ਨੇ ਲਾਨੀਆਂ ਕਿਹਾ, ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰਗ ਰਿੱਧੇ ਰਾਮ ਗੋਬਿੰਦ ਗੁਣ ਸਾਰੰਗ। ਮੇਰੇ ਹਿਰਦੇ ਦੇ ਅੰਦਰ ਰੱਬੀ ਗਿਆਨ ਦਾ ਜਿਹੜਾ ਸਮੁੰਦਰ ਹੈ, ਚਸ਼ਮਾ ਫੁੱਟ ਪਿਆ, ਜਿਹੜਾ ਰੋਕਿਆ ਰੁਕਦਾ ਨਹੀਂ। ਤੇ ਸਤਿਗੁਰਾਂ ਨੇ ਤਾੜੀ ਦੇ ਰਥ ਦੇ ਪੱਤਿਆਂ ਦੇ ਉੱਤੇ ਬਾਣੀ ਗੁਰਮੁਖੀ ਲਿਖੀ, ਜਿਹਨੂੰ ਸਾਹਿਬ ਕਹਿੰਦੇ ਨੇ ਉਪਜਿਓ ਗਿਆਨ ਹੁਆ ਪ੍ਰਗਾਸ, ਜਿਹਨੂੰ ਸਾਹਿਬ ਕਹਿੰਦੇ ਨੇ ਗੁਰ ਪ੍ਰਸਾਦੀ ਵਿਦਿਆ ਵਿਚਾਰੇ ਪੜ੍ਹ ਪੜ੍ਹ ਮਾਵੈ ਮਾਨ। ਭਾਵੇਂ ਦੁਨੀਆ ਦੇ ਉੱਤੇ ਵੱਡੇ ਵੱਡੇ ਵਿਦਵਾਨ ਸੀ, ਪਰ ਉਹ ਅੰਤਰ ਆਤਮਾ ਆਪਣੀ ਤੇ ਮਨੁੱਖਤਾ ਦੀ ਭਲਾਈ ਲਈ ਜੋ ਵਿਚਾਰਧਾਰਾ ਉਤੋਂ ਸਖਣੇ ਸੀ। ਇਸੇ ਕਰਕੇ ਹੀ ਮਨੁੱਖਤਾ ਦੇ ਉੱਤੇ ਮਨੁੱਖਤਾ ਨੂੰ ਕਤਲ ਕਰਦੇ ਹੋਏ, ਇਨਸਾਨੀਅਤ ਦਾ ਘਾਣ ਕਰਦੇ ਹੋਏ ਮਨੁੱਖਤਾ ਨੂੰ ਵਰਣ ਵੰਡ ਦੇ ਵਿੱਚ ਵੰਡਿਆ ਗਿਆ। ਇਸ ਲਈ ਸਤਿਗੁਰਾਂ ਨੇ ਫਿਰ ਬਚਨ ਲਿਖੇ, ਤੜਤਾੜ ਅਪਵਿੱਤਰ ਕਰ ਮਾਨੀਏ ਰੇ। ਤਾੜੀ ਦੇ ਰਥ ਨੂੰ ਅਪਵਿੱਤਰ ਮੰਨਿਆ ਜਾਂਦਾ, ਕਿਉਂਕਿ ਉਹਦੇ ਵਿੱਚੋਂ ਨਸ਼ਾ ਨਿਕਲਦਾ, ਸ਼ਰਾਬ ਨਿਕਲਦੀ। ਤੇ ਸਤਿਗੁਰਾਂ ਨੇ ਤਾੜੀ ਦੇ ਰਥ ਦੇ ਪੱਤਿਆਂ ਤੇ ਜਦੋਂ ਬਾਣੀ ਲਿਖੀ, ਸਾਹਿਬ ਗੁਰੂ ਨਾਨਕ ਪਾਤਸ਼ਾਹ 40 ਸ਼ਬਦ ਇੱਕ ਸਲੋਕ ਆਪ ਜਾ ਕੇ ਪ੍ਰਾਪਤ ਕੀਤਾ, ਤੇ ਉਹ ਬਾਣੀ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਇਮਾਨ ਹੈ। ਤੇ ਅੱਜ ਬੜੀ ਭਾਗਾਂ ਵਾਲੀ ਗੱਲ ਹੈ ਕਿ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਵਸ ਹੈ। ਤੇ ਸਤਿਗੁਰਾਂ ਨੇ ਸਭ ਤੋਂ ਪਹਿਲੀ ਬੀੜ ਜਿਹੜੀ ਧੰਨ ਗੁਰੂ ਅਰਜਨ ਦੇਵ ਜੀ ਨੇ ਲਿਖਾਈ, ਉਹ ਤਾੜੀ ਦੇ ਰਥ ਦੇ ਬਣੇ ਕਾਗਜ਼ ਤੇ ਲਿਖਾਈ।
ਸਤਿਗੁਰਾਂ ਨੇ ਲਿਖਿਆ, ਤੜ ਤੜ ਅਪਵਿੱਤਰ ਕਰ ਮਾਨਵੀ ਕਾਗਰਾ ਕਰਤ ਵਿਚਾਰਨ ਭਗਤ ਭਗਵਤ ਲਿਖੀ ਤੇ ਉਪਰੇ ਪੂਜੇ ਕਰ ਨਮਸਕਾਰਨ। ਜਿਵੇਂ ਤਾੜੀ ਦਾ ਰਸਮ ਅਪਵਿੱਤਰ ਮੰਨਿਆ ਜਾਂਦਾ ਏ ਤੇ ਵਰਨ ਅਵਸਥਾ ਅਨੁਸਾਰ ਸ਼ੂਦਰ ਨੂੰ ਅਪਵਿੱਤਰ ਮੰਨਿਆ ਜਾਂਦਾ, ਨੀਚ ਮੰਨਿਆ, ਪਰ ਜਦੋਂ ਹਿਰਦੇ ਵਿੱਚ ਰੱਬੀ ਬਾਣੀ ਗਿਆਨ ਪ੍ਰਗਟ ਹੋ ਗਿਆ ਤੇ ਦੁਨੀਆ ਅਬ ਵਿਪਰ ਪ੍ਰਦਾਨ ਕਰੇ ਨੰਡਾਓ ਤੇਰੇ ਨਾਮ ਸਰਣਾਏ ਰਵਿਦਾਸ ਦਾ ਸਾਨ ਦੱਸਾ। ਚੌ ਵਰਨਾਂ ਦੀ ਪੂਰੀ ਮਨੁੱਖਤਾ ਉਹਨਾਂ ਦੇ ਚਰਨਾਂ ਵਿੱਚ ਨਮਸਕਾਰਾਂ ਕਰਦੀ ਹੈ। ਤੀਸਰੇ ਵਰਦੇ ਨੇ ਆਚਾਰ ਸਹਿਤ ਵਿਪਰ ਕਰੇ ਡੰਡੌਤ, ਬੜੇ ਆਦਰ ਸਤਿਕਾਰ ਦੇ ਨਾਲ ਦੁਨੀਆ ਦੀ ਆਪਣੇ ਆਪ ਨੂੰ ਵੱਡੇ ਵੱਡੇ ਬ੍ਰਹਮ ਗਿਆਨੀ ਕਹਾਉਣ ਵਾਲੇ ਨਮਸਕਾਰਾਂ ਕਰਦੇ ਨੇ। ਅਬ ਵਿਪਰ ਪ੍ਰਦਾਨ ਕਰੇ ਨੰਡਾਓ ਤੇਰੇ ਨਾਮ ਸਰਣਾਏ ਰਵਿਦਾਸ ਦਾ ਸਾਨ ਦੱਸ, ਤੇਰੇ ਨਾਮ ਗਿਆਨ ਸਦਕਾ ਹੀ। ਤੇ ਉਹ ਗਿਆਨ ਕੀ ਹੈ? ਆਪਣੀ ਤੇ ਮਨੁੱਖਤਾ ਦੀ ਭਲਾਈ ਲਈ ਜਿਹੜਾ ਗਿਆਨ ਵਰਤਾ ਜਾਵੇ, ਉਹ ਗਿਆਨ ਨਹੀਂ ਜਿਸ ਨੂੰ ਸਤਿਗੁਰਾਂ ਨੇ ਸਦੀਆਂ ਪਹਿਲਾਂ ਕਹਿਣਾ ਪਿਆ, ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਵੈ ਨਨਾਸੀ। ਜਿਹੜੀ ਹਉਮੈ ਦੀ ਅੰਦਰ ਅਪਣਾਤਿਆ ਉਹ ਕਦੇ ਮਰਦੀ ਨਹੀਂ। ਜਿਵੇਂ ਅੱਜ ਅਸੀਂ ਦੇਖ ਸਕਦੇ ਹਾਂ, ਰਾਜਸਥਾਨ ਦੀ ਧਰਤੀ ਤੇ ਜਲੌਰ ਪਿੰਡ ਵਿਖੇ ਇੱਕ ਪ੍ਰਿੰਸੀਪਲ ਸਕੂਲ ਦਾ ਅਧਿਆਪਕ ਦੀ ਵਿਦਿਆ ਨਾਲ ਹੀ ਪੜ੍ਹ ਕੇ ਹੀ ਗਿਆਨ ਆਉਣਾ ਹੁੰਦਾ ਤੇ ਉਹ ਇੱਕ 9 ਸਾਲ ਦੇ ਬੱਚੇ ਨੂੰ ਕੁੱਟ-ਕੱਟ ਕੇ ਮੌਤ ਦੇ ਘਾਟ ਨਾਲ ਉਤਾਰ ਦਿੰਦਾ। ਇਸ ਲਈ ਸਤਿਗੁਰਾਂ ਨੇ ਸਦੀਆਂ ਪਹਿਲਾਂ ਲਿਖਿਆ, ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਵੇ ਨਾ ਨਾਸੀ, ਕਹੁ ਰਵਿਦਾਸ ਸਭੈ ਨਹੀਂ ਸਮਝਸ ਭੂਲ ਪਰੇ ਜੈਸੀ ਬੌਰੇ, ਮੂਹ ਆਧਾਰ ਨਾਮ ਨਾਰਾਇਣ ਜੀਵਨ ਪ੍ਰਾਣ ਤਨ ਮੋਰੇ। ਮੇਰੇ ਜੀਵਨ ਦਾ ਆਧਾਰ ਗਿਆਨ ਹੈ, ਗਿਆਨ ਕੇਵਲ ਕਿਤਾਬੀ ਨਹੀਂ। ਇਸ ਲਈ ਸਤਿਗੁਰਾਂ ਨੇ ਪੂਰੀ ਮਨੁੱਖਤਾ ਦੀ ਭਲਾਈ ਲਈ ਕਿ ਅਸੀਂ ਪੜ੍ਹੀਏ ਗੁਣੀਏ, ਜਿੰਨਾ ਚਿਰ ਅਸੀਂ ਵਿਚਾਰਧਾਰਾ ਨੂੰ ਪੜ੍ਹ ਨਹੀਂ ਦਿੰਦੇ, ਆਪਣੇ ਹਿਰਦੇ ਵਿੱਚ ਵਸਾ ਨਹੀਂ ਲੈਂਦੇ, ਉਹਨਾਂ ਤੱਕ ਉਹ ਸਾਨੂੰ ਫਾਇਦਾ ਨਹੀਂ ਦਿੰਦੀ। ਤੇ ਅੱਜ ਇਹੋ ਉਪਰਾਲੇ ਕਰਦਿਆਂ ਹੋਇਆਂ ਸ੍ਰੀ ਗੁਰਦਾਸ ਦੇ ਤਿਆਗ ਤਨ ਚਰਨ ਛੂਹ ਗੰਗਾ ਅੰਮ੍ਰਿਤ ਕੁੰਡ, ਜਿੱਥੇ ਛੋਟੇ ਛੋਟੇ ਬੱਚਿਆਂ ਨੂੰ ਵਿਦਿਆ ਪੜ੍ਹਾਈ ਜਾਂਦੀ ਹੈ, ਸੰਗੀਤ ਸਿਖਾਇਆ ਜਾਂਦਾ, ਤੇ ਸਾਡੇ ਜਿਹੜੇ ਪੂਰੀ ਮਨੁੱਖਤਾ ਨੂੰ ਜਿੱਥੇ ਸਤਿਗੁਰਾਂ ਨੇ ਆਪਣੇ ਚਰਨਾਂ ਤੋਂ ਅੰਮ੍ਰਿਤ ਧਾਰਾ ਗੰਗਾ ਅੱਜ ਤੋਂ ਕਰੀਬ 708 ਸਾਲ ਪਹਿਲਾਂ ਪ੍ਰਗਟ ਕੀਤੀ, ਜਿੱਥੇ ਜਲ ਹੈ ਤਾਂ ਕੱਲ ਹੈ, ਪਾਣੀ ਹੈ ਤਾਂ ਜੀਵਨ ਹੈ, ਉੱਥੇ ਬਾਣੀ ਹੈ ਤਾਂ ਵਿਚਾਰਧਾਰਾ ਹੈ। ਸਤਿਗੁਰਾਂ ਦੀ ਵਿਚਾਰਧਾਰਾ ਜਿਹਨੂੰ ਗੁਰੂਆਂ ਪੀਰਾਂ ਨੇ ਧਾਰਨ ਕੀਤਾ। ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਲਈ, ਗੁਰੂ ਅਰਜਨ ਦੇਵ ਜੀ ਨੇ ਲਿਖਿਆ ਤੇ ਸਤਿਗੁਰਾਂ ਦੇ ਉਪਮਾ ਵਿੱਚ ਪਾਤਸ਼ਾਹ ਨੇ ਬਚਨ ਲਿਖੇ ਸੀ, ਵਾ ਅਵਸਰ ਕਹਿ ਬਲ ਜਾਈ ਆਠ ਪਹਿਰ ਆਪਣਾ ਪ੍ਰਭ ਸਿਮਰਨ ਵੱਡ ਭਾਗੀ ਹਰ ਪਾਈ। ਉਸ ਸਮੇਂ ਦੀ ਸ਼ੋਭ ਨੇ ਘੜੀ ਤੋਂ ਅਸੀਂ ਬਲਿਹਾਰ ਜਾਂਦੇ ਹਾਂ, ਜਦੋਂ ਐਸੀ ਰੱਬੀ ਰੂਹ ਜਿਹੜੇ ਭਰਮਾਂ ਵਿੱਚ ਭੁੱਲੀ ਹੋਈ ਲੋਕਾਈ ਨੂੰ ਸੱਚ ਦੇ ਰਸਤੇ ਤੇ ਲਿਆਉਣ ਲਈ ਐਸਾ ਰੱਬੀ ਗਿਆਨ, ਐਸਾ ਉਹਨਾਂ ਦਾ ਉਪਦੇਸ਼, ਐਸੀ ਵਿਚਾਰਧਾਰਾ, ਐਸੀ ਸ਼ੀਤਲਤਾਈ ਸ਼ਾਂਤਾਈ ਜਿਹੜੇ ਸਤਿਗੁਰਾਂ ਨੇ ਵਿਚਾਰਧਾਰਾ ਦਿੱਤੇ ਕਿ ਪੂਰੀ ਮਨੁੱਖਤਾ ਹੀ ਜਿਹੜੇ ਪਰਛਾਵੇਂ ਤੋਂ ਭਿੱਟ ਮੰਨਦੇ ਸੀ, ਉਹ ਉਹਨਾਂ ਦੇ ਬਚਨਾਂ ਤੇ ਕਾਇਲ ਹੋ ਕਰਕੇ ਆਪ ਉਹਨਾਂ ਦੀ ਬਾਣੀ ਦੇ ਧਾਰਨੀ ਹੋ ਕਰਕੇ ਆਪਣੀ ਤੇ ਮਨੁੱਖਤਾ ਦੀ ਭਲਾਈ ਲਈ ਜੀਵਨ ਸਮਰਪਿਤ ਕਰ ਦਿੱਤਾ। ਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਲਿਖਦੇ ਨੇ, ਉਹ ਅਵਸਰ ਕਹਿ ਹਉ ਬਲ ਜਾਏ ਆਠ ਪਹਿਰ ਆਪਣਾ ਪ੍ਰਭ ਸਿਮਰਨ ਵੱਡ ਭਾਗੀ ਹਰ ਪਾਈ। ਭਲੋ ਕਬੀਰ ਦਾਸ ਦਾਸਨ ਕੋ ਉੱਤਮ ਸੈਨ ਜਨ ਨਾਈ, ਊਚ ਤੇ ਊਚ ਨਾਮ ਦਿਓ ਸਮਦਰਸੀ ਰਵਿਦਾਸ ਠਾਕਰ ਬਣਾਏ। ਜੀਓ ਪਿੰਡ ਤਨ ਧਨ ਸੰਤਨ ਕਾ ਇਹ ਮਨ ਸੰਤ ਰਣਾਏ, ਸੰਤ ਪ੍ਰਤਾਪ ਭਰਮ ਸਭ ਨਾਸੀ ਨਾਨਕ ਮਿਲਿਆ ਗੁਸਾਈ। ਸੰਤ ਦੀ ਪਰਿਭਾਸ਼ਾ ਜਿਹਨੂੰ ਪਾਤਸ਼ਾਹ ਕਹਿੰਦੇ ਰਜੋ ਤਮੋ ਸਤੋ, ਤਿੰਨਾਂ ਗੁਣਾਂ ਤੋਂ ਉੱਪਰ ਜਿਹੜਾ ਚੁਗਲੀ ਈਰਖਾ ਬਖੀਲੀ ਨੂੰ ਤਿਆਗ ਕਰਕੇ ਆਪ ਗਵਾਏ ਸੇਵਾ ਕਰੇ, ਉਹਨੂੰ ਸੰਤ ਕਹਿੰਦੇ ਆ। ਜਿਸ ਨੂੰ ਸਤਿਗੁਰੂ ਗੁਰਦਾਸ ਜੀ ਕਹਿੰਦੇ, ਜੇ ਕੁਲ ਸਾਧ ਵੈਸਨ ਹੋਏ ਵਰਨ ਅਵੰਨ ਰੰਕ ਨਹੀਂ ਈਸਰ, ਵਿਮਲ ਬਾਸ ਜਾਨੀਏ ਜਗ ਸਾਈ। ਜਿਨ੍ਹਾਂ ਦੇ ਅੰਦਰ ਆਪਣੀ ਤੇ ਮਨੁੱਖਤਾ ਦੀ ਭਲਾਈ ਦੇ ਗੁਣ ਆ ਜਾਂਦੇ ਆ, ਉਹਨਾਂ ਨੂੰ ਫਿਰ ਦੁਨੀਆ ਦੀ ਸ਼ੋਹਰ ਦੀ ਲੋੜ ਨਹੀਂ ਪੈਂਦੀ, ਉਹਨਾਂ ਨੂੰ ਦੁਨੀਆ ਆਪ ਹੀ ਲੱਭਦੀ ਫਿਰਦੀ। ਜਿਹਨੂੰ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ, ਬ੍ਰਹਮ ਗਿਆਨੀ ਕੋ ਖੋਜਾਂ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਸਾਹਿਬ ਗੁਰੂ ਨਾਨਕ ਆਪ ਚੱਲ ਕੇ ਗੁਰੂ ਦਾਸ ਮਹਾਰਾਜ ਦੀ ਬਾਣੀ ਲਈ ਤੇ ਅੱਜ ਸ੍ਰੀ ਗੁਰੂ ਸਾਹਿਬ ਸੁਭਾਏਮਾਨ ਹੈ। ਉਹ ਵਿਦਿਆ, ਉਹ ਵਿਚਾਰਧਾਰਾ ਜਿੱਥੇ ਬਚਪਨ ਤੋਂ ਲੈ ਕੇ ਬੱਚੇ ਪੜ੍ਹਦੇ ਆ, ਉੱਥੇ ਨੌਜਵਾਨ, ਸਾਡੀਆਂ ਭੈਣਾਂ, ਸਾਡੀਆਂ ਮਾਤਾਵਾਂ, ਬਜ਼ੁਰਗ, ਇੱਥੇ ਸਾਰੇ ਬੱਚੇ ਤੇ ਨੌਜਵਾਨ, ਬਜ਼ੁਰਗ, ਮਾਤਾਵਾਂ ਭੈਣਾਂ ਆ ਕੇ ਸੇਵਾਵਾਂ ਕਰਦੇ ਆ, ਜਿਨ੍ਹਾਂ ਨੂੰ ਆਪਣੇ ਪਰਿਵਾਰ ਪ੍ਰਤੀ ਜਾਗਰੂਕ ਕੀਤਾ ਜਾਂਦਾ ਕਿ ਅਸੀਂ ਪਰਿਵਾਰ ਵਿੱਚ ਕਿਵੇਂ ਰਹਿਣਾ ਹੈ, ਸੰਸਾਰ ਵਿੱਚ ਕਿਵੇਂ ਰਹਿਣਾ ਹੈ, ਆਪਣੀ ਤੇ ਮਨੁੱਖਤਾ ਦੀ ਭਲਾਈ ਲਈ ਕਿਵੇਂ ਸੇਵਾਵਾਂ ਕਰਨੀਆਂ ਨੇ। ਇਸੇ ਲਈ ਸਾਨੂੰ ਇਹ ਗਿਆਨ ਲੈਣਾ ਬਹੁਤ ਜ਼ਰੂਰੀ ਆ। ਇਸੇ ਕਰਕੇ ਇਹ ਧਰਤੀ ਪੂਜਣ ਵਾਲੀ, ਜਿੱਥੇ ਕਰੀਬ 45 ਕਿੱਲੇ ਜ਼ਮੀਨ ਸਤਿਗੁਰੂ ਗੁਰਦਾਸ ਦੇ ਨਾਮ ਤੇ ਹੈ, ਕਿਸੇ ਨਿੱਜੀ ਦੇ ਨਾਮ ਤੇ ਨਹੀਂ ਹੈ। ਇਸ ਲਈ ਇਹ ਧਰਤੀ ਜਿੱਥੇ ਸਤਿਗੁਰੂ ਗੁਰਦਾਸ ਮਹਾਰਾਜ 4 ਸਾਲ 2 ਮਹੀਨੇ ਆਪ ਰਹਿ ਕਰਕੇ, ਉਹ ਰਾਜਾ ਬੈਨ ਸਿੰਘ ਜਿਹੜਾ ਹਉਮੈ ਵਿੱਚ ਮਸਤ ਤੇ ਜਿਹੜਾ ਜੋਰਾਵਰ ਸੀ, ਜਿਹੜਾ 22 ਪਿੰਡਾਂ ਵਿੱਚ ਕਿਸੇ ਸਾਧੂ ਨੂੰ ਐਂਟਰ ਨਹੀਂ ਸੀ ਹੋਣ ਦਿੰਦਾ, ਜਦੋਂ ਸਤਿਗੁਰੂ ਆਏ ਤੇ ਉਹਨਾਂ ਦੀ ਐਸੀ ਆਸ਼ੀਰਵਾਦ ਬਖਸ਼ਿਆ ਤੇ ਆਪ ਉਹਨਾਂ ਦੇ ਚਰਨਾਂ ਵਿੱਚ ਆ ਕੇ ਬੇਨਤੀਆਂ ਕਰਦਾ, ਨਮਸਕਾਰਾਂ ਕਰਦਾ ਏ ਤੇ ਆਪੇ ਬੇਨਤੀਆਂ ਕਰਦਾ, ਸਾਨੂੰ ਭੁੱਲਿਆਂ ਨੂੰ ਤੁਸੀਂ ਰਾਹ ਪਾਉਣ ਲਈ ਆਏ, ਸਾਨੂੰ ਗਿਆਨ ਦੀ ਕਿਰਨ ਵਾਸਤੇ। ਜਿੱਥੇ ਪਾਣੀ ਦੀ ਮੰਗ ਕੀਤੀ ਕਿ ਪਹਾੜੀ ਏਰੀਆ ਬੜਾ ਡੂੰਘਾ, ਤੇ ਸਤਿਗੁਰੂ ਨੇ ਆਪ ਮਿਹਰ ਕਰਕੇ ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਉਦਮ ਕਰੇ ਧੂਣ ਸਾਧੂ ਕੀ ਤਾਈ। ਸਤਿਗੁਰੂ ਨੇ ਆਪਣੇ ਚਰਨਾਂ ਤੋਂ ਅੰਮ੍ਰਿਤ ਧਾਰਾ ਪ੍ਰਗਟ ਕੀਤੀ, ਜੋ ਅੱਜ ਤੱਕ ਨਿਰੰਤਰ ਵਹਿ ਰਹੀ ਹੈ। ਇਹ ਸੇਵਾ
ਇਹ ਸਿਮਰਨ, ਇਹ ਗਿਆਨ, ਇਹ ਜਿਹੜੀ ਅੰਦਰਲੀ ਬਿਰਤੀ ਬੰਦੇ ਦੀ ਬਦਲਣੀ, ਇਹ ਸਤਿਗੁਰ ਦੇ ਚਰਨਾਂ ਵਿੱਚ ਅਸੀਂ ਸੰਗਤਾਂ ਨੂੰ ਜੋੜਦੇ ਹਾਂ। ਤੇ ਸਾਰੇ ਪ੍ਰਬੰਧਕ ਕਮੇਟੀ ਸੰਤ ਸੁਰਿੰਦਰ ਦਾਸ ਪ੍ਰਧਾਨ ਨੇ, ਆਲ ਇੰਡੀਆ ਧਰਮ ਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਜੀ, ਜਿਹੜੇ ਅਕਸਰ ਉਪਰਾਲੇ ਕਰਦੇ ਆ, ਦੂਰੋਂ ਦੂਰੋਂ ਸੰਗਤਾਂ ਨੂੰ ਆਪ ਜਾ ਕਰਕੇ, ਆਪ ਸੰਗਤਾਂ ਦੇ ਵਿੱਚ ਵਿਚਾਰਧਾਰਾ ਦੇ ਕਰਕੇ ਸੰਗਤਾਂ ਨੂੰ ਸੱਚਾ ਗਿਆਨ ਜਿਹੜਾ ਪਰਿਵਾਰਕ ਤੌਰ ਤੇ ਭਾਈਚਾਰਾ ਬਣ ਸਕੇ, ਜਿਹਨੂੰ ਸਤਿਗੁਰੂ ਗੁਰਦਾਸ ਜੀ ਨੇ ਕਿਹਾ ਸੀ, ਕਹਿ ਰਵਿਦਾਸ ਖਲਾਸ ਚਮਾਰਾ ਜੋ ਹਮ ਸਹਿਰੀ ਸੋ ਮੀਤ ਹਮਾਰਾ, ਸਭੇ ਮੀਤ ਸਭੇ ਸਾਂਝੀ ਬਾਲ, ਸਤ ਸੰਗਤ ਮਿਲ ਰਹੀ ਹੈ ਮਾਧੂ ਜੈਸੇ ਮੱਧਮ ਕੀਰਾ। ਉਹ ਵਿਚਾਰਧਾਰਾ ਇਸ ਪਾਵਨ ਅਸਥਾਨ ਤੋਂ ਸਤਿਗੁਰੂ ਦੀ ਮਿਹਰ ਸਕਦਾ ਅਸੀਂ ਉਪਰਾਲੇ ਕਰ ਰਹੇ ਹਾਂ। ਸਤਿਗੁਰੂ ਆਪਣਾ ਮਿਹਰ ਦਾ ਹੱਥ ਰੱਖਣ ਤੇ ਅਸੀਂ ਸਫਲ ਹੋ ਸਕੀਏ। ਇੰਨਾ ਹੀ ਆਪ ਸੰਗਤਾਂ ਨੂੰ, ਜਿਵੇਂ ਅਜੀਤ ਵੈਬ ਵੱਲੋਂ ਅੱਜ ਵਿਚਾਰਧਾਰਾ ਲਈ ਜਾ ਰਹੀ ਹੈ ਤੇ ਸੰਗਤਾਂ ਤੱਕ ਪਹੁੰਚਾਈ ਰਹੀ ਹੈ, ਧੰਨਵਾਦ ਕਰਦੇ ਹਾਂ, ਵਧਾਈ ਦੇ ਪਾਤਰ ਆ। ਜੈ ਗੁਰਦੇਵ, ਧੰਨ ਗੁਰਦੇਵ, ਜੈ ਸਤਿਗੁਰੂ ਦਾਸ ਜੀ, ਧੰਨ ਸਤਿਗੁਰੂ ਦਾਸ। ਅਸੀਂ ਪਹਿਲੇ ਹੀ ਦੱਸਿਆ ਕਿ ਅਸੀਂ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮੌਜੂਦ ਹਾਂ, ਜਿੱਥੋਂ ਦੇ ਮੁੱਖ ਪ੍ਰਬੰਧਕ ਜਿਨ੍ਹਾਂ ਨੇ ਅਣਥੱਕ ਮਿਹਨਤ ਕੀਤੀ ਹੈ ਸੰਗਤਾਂ ਨੂੰ ਗੁਰੂ ਨਾਮ ਲੇਵਾ ਸੰਗਤਾਂ ਨੂੰ ਜਿਹੜੀ ਆ ਉਹ ਇਤਿਹਾਸ ਦੇ ਨਾਲ ਜੋੜਨ ਦੀ, ਸੰਤ ਸਤਵਿੰਦਰ ਹੀਰਾ ਜੀ। ਹੀਰਾ ਸਾਹਿਬ, ਤੁਹਾਡਾ ਅਜੀਤ ਵੈਬ ਟੀਵੀ ਤੇ ਸਵਾਗਤ ਹੈ। ਬਹੁਤ ਧੰਨਵਾਦ ਜੀ। ਅੱਜ ਬਾਬਾ ਬੰਤਾ ਰਾਮ ਘੇੜਾ ਜੀ ਦਾ ਜਿਹੜਾ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ ਜਾ ਰਿਹਾ, ਬਾਬਾ ਬੰਤਾ ਰਾਮ ਘੇੜਾ ਜੀ ਦੀ ਇਤਿਹਾਸਕ ਦੇਣ ਬਾਰੇ ਕੀ ਕਹਿਣਾ ਚਾਹੋਗੇ ਜੀ? ਬੋਲੇ ਸੋ ਨਿਰਭੈ ਸਤਿਗੁਰ ਰਵਿਦਾਸ ਮਹਾਰਾਜ ਕੀ ਜੈ। ਅੱਜ ਉਸ ਮਹਾਨ ਮਹਾਂਪੁਰਖ ਸੰਤ ਬਾਬਾ ਬੰਤਾ ਰਾਮ ਘੇੜਾ ਜੀ, ਜਿਨ੍ਹਾਂ ਦਾ ਜਨਮ ਅਗਸਤ 1923 ਦੇ ਵਿੱਚ ਐਮਾ ਕਾਜੀ ਜ਼ਿਲ੍ਹਾ ਜਲੰਧਰ ਦੇ ਵਿੱਚ ਹੋਇਆ। ਉਹਨਾਂ ਨੇ ਸਮਾਜ ਨੂੰ ਬਹੁਤ ਵੱਡੀ ਦੇਣ ਦਿੱਤੀ। ਉਹਨਾਂ ਦੇ ਵਿੱਚੋਂ ਜਿੱਥੇ ਉਹਨਾਂ ਨੇ ਰੇਲਵੇ ਦੇ ਵਿੱਚ SC ST ਯੂਨੀਅਨ ਬਣਾ ਕੇ ਉਸ ਦੇ ਫਾਊਂਡਰ ਹੋ ਕੇ ਬਹੁਤ ਵੱਡਾ ਯੋਗਦਾਨ ਪਾਇਆ, ਜੋ ਅੱਜ ਤੱਕ ਉਹ ਚੱਲ ਰਹੀ ਹੈ, ਉਸ ਦੇ ਨਾਲ ਅਨੇਕਾਂ ਕੰਮ ਕੀਤੇ। ਅਤੇ ਉਹਨਾਂ ਵਿੱਚੋਂ ਇੱਕ ਹੈ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਸੀਰ ਗੋਵਰਧਨ ਕਾਸ਼ੀ ਬਨਾਰਸ ਦੀ ਖੋਜ ਕਰਕੇ ਸੰਗਤ ਦੇ ਹਵਾਲੇ ਕਰਨਾ। ਉਸ ਦੇ ਨਾਲ ਸ਼੍ਰੀ ਚਰਨ ਛੋਹ ਗੰਗਾ ਸੱਚਖੰਡ ਸ਼੍ਰੀ ਖੁਰਾਲਗੜ੍ਹ ਸਾਹਿਬ ਦੀ ਖੋਜ ਕਰਨਾ ਅਤੇ ਉਸ ਨੂੰ ਸੰਗਤਾਂ ਦੇ ਹਵਾਲੇ ਕਰਨਾ। ਇਸੇ ਤਰ੍ਹਾਂ ਅਮਰਕੰਟਕ, ਇਸੇ ਤਰ੍ਹਾਂ ਕੁੰਡੀ ਸਾਹਿਬ, ਇਸੇ ਤਰ੍ਹਾਂ ਸਰਸਈ ਜੂਨਾਗੜ੍ਹ, ਇਸੇ ਤਰ੍ਹਾਂ ਨਾਲਚਾ ਸਾਹਿਬ, ਇਸੇ ਤਰ੍ਹਾਂ ਜੋ ਜਿੱਥੇ ਜਿੱਥੇ ਗੁਰੂ ਰਵਿਦਾਸ ਮਹਾਰਾਜ ਜੀ ਗਏ ਉਹਨਾਂ ਦੇ ਨਕਸ਼ੇ ਕਦਮ ਦਾ ਇੱਕ ਮੈਪ ਤਿਆਰ ਕਰਕੇ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਗੁਰੂ ਰਵਿਦਾਸ ਮਹਾਰਾਜ ਦੇ ਇਤਿਹਾਸਕ ਸਥਾਨਾਂ ਦੀ, ਚਰਨ ਛੋਹ ਪ੍ਰਾਪਤ ਸਥਾਨਾਂ ਦੀ ਖੋਜ ਕਰਕੇ ਤੇ ਸੰਗਤਾਂ ਦੇ ਹਵਾਲੇ ਕੀਤਾ। ਉਹਨਾਂ ਦਾ ਅੱਜ ਜਨਮ ਦਿਨ ਸ਼੍ਰੀ ਚਰਨ ਛੋਹ ਗੰਗਾ ਸੱਚਖੰਡ ਖੁਰਾਲਗੜ੍ਹ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਜਿਵੇਂ ਕਿ ਉਹਨਾਂ ਨੇ ਮਈ 1964 ਨੂੰ ਸੀਰ ਗੋਵਰਧਨਪੁਰ ਕਾਸ਼ੀ ਬਨਾਰਸ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸੰਤ ਬਾਬਾ ਬੰਤਾ ਰਾਮ ਘੇੜਾ ਜੀ ਨੇ ਮਈ 1964 ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਸੀਰ ਗੋਵਰਧਨਪੁਰ ਕਾਸ਼ੀ ਦੀ ਖੋਜ ਕਰਕੇ ਉੱਥੇ ਗੁਰੂ ਰਵਿਦਾਸ ਮਹਾਰਾਜ ਦੀ ਨਾਮ ਲੇਵਾ ਸੰਗਤਾਂ ਦਾ ਸਹਿਯੋਗ ਲੈ ਕੇ ਉੱਥੇ ਇਮਾਰਤਾਂ ਬਣਾਈਆਂ ਔਰ ਉੱਥੇ ਗੁਰੂ ਰਵਿਦਾਸ ਮਹਾਰਾਜ ਦਾ ਨਾਮ ਬਾਣੀ ਦਾ ਪ੍ਰਚਾਰ ਸ਼ੁਰੂ ਕੀਤਾ ਅਤੇ ਉੱਥੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਮਦਾਖਣ ਚੌਂਕ ਤੋਂ ਲੈ ਕੇ ਆਲ ਇੰਡੀਆ ਧਰਮ ਮਿਸ਼ਨ ਦੇ ਬੈਨਰ ਥੱਲੇ ਸੀਰ ਗੋਵਰਧਨਪੁਰ ਕਾਸ਼ੀ ਤੱਕ ਹਰ ਸਾਲ ਉਹਨਾਂ ਨੇ ਆਰੰਭ ਕੀਤੀ, ਜਿਹੜੀ ਅੱਜ ਵੀ ਕੱਢੀ ਜਾ ਰਹੀ ਹੈ। ਇਸੇ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਜੀ, ਸ਼੍ਰੀ ਚਰਨ ਛੋਹ ਗੰਗਾ ਸੱਚਖੰਡ ਖੁਰਾਲਗੜ੍ਹ ਸਾਹਿਬ ਦੀ ਖੋਜ ਵੀ 1983 ਦੇ ਵਿੱਚ ਹੋਈ। ਮਈ 1983 ਦੇ ਵਿੱਚ ਖੋਜ ਹੋਈ ਔਰ ਉਸ ਖੋਜ ਕਰਨ ਉਪਰੰਤ ਸ਼੍ਰੀ ਖੁਰਾਲਗੜ੍ਹ ਸਾਹਿਬ, ਸ਼੍ਰੀ ਚਰਨ ਛੋਹ ਗੰਗਾ ਵਿਖੇ ਜ਼ਮੀਨ ਪ੍ਰਾਪਤ ਕਰਕੇ ਸੰਗਤਾਂ ਨੂੰ ਨਾਲ ਲੈ ਕੇ ਇਮਾਰਤਾਂ ਬਣਾਈਆਂ ਔਰ ਉੱਥੇ ਆਦਿ ਮਹਾਂਪੁਰਖਾਂ ਦਾ ਜੋ ਆਦਿ ਧਰਮ ਦਾ ਪ੍ਰਚਾਰ ਹੈ ਉਸ ਨੂੰ ਆਰੰਭਿਆ। ਆਦਿ ਧਰਮ ਪੱਤਰਕਾ ਵੀ ਚਲਾਈ ਹੈ ਅਤੇ ਹੋਰ ਵੱਖ-ਵੱਖ ਸੰਤਾਂ ਮਹਾਂਪੁਰਖਾਂ ਨੂੰ ਲੈ ਕੇ ਸੰਗਤਾਂ ਨੂੰ ਸਤਸੰਗਾਂ ਦੇ ਰਾਹੀਂ ਅਤੇ ਡੈਲੀਗੇਟਸ ਬਣਾ ਕੇ ਇੱਕ ਮਜ਼ਬੂਤ ਸੰਸਥਾ ਨੂੰ 1970 ਦੇ ਵਿੱਚ ਰਜਿਸਟਰ ਕਰਵਾਇਆ। ਉਪਰੰਤ ਇੱਕ ਨਿਸ਼ਾਨ ਬਣਾਇਆ ਜੋ ਇਸ ਨੂੰ ਦੌਰੀ ਕਿਹਾ ਜਾਂਦਾ ਹੈ ਗੁਰੂ ਮਹਾਰਾਜ ਦੀ, ਇਸ ਨੂੰ ਰੰਭੀ ਕਿਹਾ ਜਾਂਦਾ ਹੈ, ਇਸ ਨੂੰ ਆਰ ਕਿਹਾ ਜਾਂਦਾ ਹੈ। ਦੂਸਰੇ ਪਾਸੇ ਭਗਵਾਨ ਵਾਲਮੀਕ ਜੀ ਦੀ ਸੁਰਾਹੀ ਹੈ ਔਰ ਇਹ ਇਕਲਵਿਆ ਦਾ ਤੀਰ ਹੈ ਔਰ ਇਹ ਤੀਰ ਕਮਾਨ ਹੈ ਔਰ ਇਹ ਇਕਲਵਿਆ ਦਾ ਤੀਰ ਹੈ। ਇਸ ਨਿਸ਼ਾਨ ਨੂੰ ਜੋ ਸਾਡੀਆਂ ਪੰਜਾਬ ਦੇ ਵਿੱਚ ਜਿੰਨੀਆਂ ਵੀ ਅਨੁਸੂਚਿਤ ਜਾਤੀਆਂ
ਸਾਰੀਆਂ ਨੂੰ ਇਕੱਠੇ ਕਰਨ ਦਾ ਉਪਰਾਲਾ ਉਹਨਾਂ ਵੱਲੋਂ ਕੀਤਾ ਗਿਆ, ਕਿਉਂਕਿ ਇੱਕੋ ਇੱਕ ਸੰਸਥਾ ਹੈ ਆਲ ਇੰਡੀਆ ਆਤਰ ਮਿਸ਼ਨ ਸੰਤ ਬਾਬਾ ਬੰਤਾ ਰਾਮ ਖੇੜਾ ਜੀ ਵੱਲੋਂ ਬਣਾਈ ਹੋਈ। ਉਹ ਗੁਰੂ ਰਵਿਦਾਸ ਮਹਾਰਾਜ ਦੇ ਇਤਿਹਾਸਕ ਸਥਾਨਾਂ ਦੀ ਖੋਜ ਕਰਦੀ ਹੈ। ਉਸ ਦੇ ਤਹਿਤ ਅੱਜ ਆਲ ਇੰਡੀਆ ਆਤਰ ਮਿਸ਼ਨ ਵੱਲੋਂ ਦਾਸ ਨੂੰ ਸੰਤ ਸਤਵਿੰਦਰ ਹੀਰਾ ਨੂੰ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਤਰ ਮਿਸ਼ਨ ਦੀ ਸੇਵਾ ਮਿਲੀ ਹੋਈ ਹੈ। ਉਸ ਦੇ ਤਹਿਤ ਅਸੀਂ ਸਮੁੱਚੇ ਆਲ ਇੰਡੀਆ ਆਤਰ ਮਿਸ਼ਨ ਆਲ ਇੰਡੀਆ ਆਤਰਮ ਸਾਧੂ ਸਮਾਜ ਨੂੰ ਨਾਲ ਲੈ ਕੇ, ਬੁੱਧੀਜੀਵੀਆਂ ਨੂੰ ਨਾਲ ਲੈ ਕੇ, ਜਿੱਥੇ ਅਮਜਰਾ ਕੁੰਡ ਗੁਰੂ ਰਵਿਦਾਸ ਮਹਾਰਾਜ ਦੇ ਸਥਾਨ ਦੀ ਖੋਜ ਕੀਤੀ ਹੈ, ਉੱਥੇ ਲੈਂਡ ਆਫ ਅਲੋਰਾ ਕੰਨਿਆ ਕੁਮਾਰੀ ਜਿਹੜਾ ਕਿ ਟੂਟੂਕੁਰਨ ਸ਼ਹਿਰ ਹੈ, ਉਸ ਦੇ ਨੇੜੇ ਗੁਰੂ ਮਹਾਰਾਜ ਦਾ ਜੋ ਸਥਾਨ ਹੈ ਉਸ ਦੀ ਖੋਜ ਕਰਕੇ ਉੱਥੇ ਦਰਬਾਰ ਸਾਹਿਬ ਬਣਾ ਕੇ ਆਏ ਹਾਂ। ਔਰ ਉਸ ਦਰਬਾਰ ਨੂੰ ਬਣਾਇਆ ਗਿਆ ਹੈ ਜੋ ਆਲ ਇੰਡੀਆ ਆਤਰ ਮਿਸ਼ਨ ਦੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਹੈ ਸੰਤ ਜਗਤਾਰ ਸਿੰਘ ਜੀ ਅਤੇ ਸਮੁੱਚੀਆਂ ਬਰਨਾਲੇ ਦੀਆਂ ਸੰਗਤਾਂ ਨੇ, ਜਿਨ੍ਹਾਂ ਨੇ ਪਿਛਲੇ ਮਹੀਨੇ ਜਾ ਕੇ ਉੱਥੇ ਕਾਰ ਸੇਵਾ ਕਰਕੇ ਦਰਬਾਰ ਸਾਹਿਬ ਬਣਾ ਕੇ ਆਏ ਹੈ। ਇਹ ਮਿਸ਼ਨ ਨੂੰ ਅੱਗੇ ਲਿਜਾਣ ਦਾ ਇੱਕ ਉਪਰਾਲਾ ਕੰਨਿਆ ਕੁਮਾਰੀ, ਇਸੇ ਤਰ੍ਹਾਂ ਜੋ ਰਾਜਸਥਾਨ ਦੇ ਵਿੱਚ ਹੈ, ਗੁਰੂ ਦਾਸ ਮਹਾਰਾਜ ਜੀ ਬਹੁਤ ਲੰਬਾ ਸਮਾਂ ਰਹੇ, ਉਹਨਾਂ ਸਥਾਨਾਂ ਦੀ ਖੋਜ ਕੀਤੀ ਜਾ ਰਹੀ ਹੈ। ਔਰ ਇਸ ਦੇ ਪਿੱਛੇ ਇੱਕੋ ਹੀ ਮਕਸਦ ਹੈ ਕਿ ਆਲ ਇੰਡੀਆ ਆਤਰ ਮਿਸ਼ਨ ਨੇ, ਜਿਵੇਂ ਕਿ ਅੱਜ ਤੁਸੀਂ ਵੇਖ ਰਹੇ ਹੋ, ਪੰਜਾਬ ਦੇ ਵਿੱਚੋਂ ਹੀ ਨਹੀਂ ਸਮੁੱਚੇ ਭਾਰਤ ਦੇ ਵਿੱਚੋਂ ਸਾਰੀਆਂ ਸਟੇਟਾਂ ਦੇ ਵਿੱਚੋਂ ਸੰਤ ਮਹਾਂਪੁਰਖ ਜਿਹੜੇ ਹੈ ਉਹ ਆਏ ਹੋਏ ਹੈ। ਸਾਰੇ ਸੰਤ ਮਹਾਂਪੁਰਖ ਆਏ ਹੋਏ ਹੈ ਔਰ ਜਿੱਥੇ ਸੰਤ ਮਹਾਂਪੁਰਖ ਆਏ ਹੋਏ ਹੈ ਉੱਥੇ ਸੰਗਤਾਂ ਵੱਡੀ ਗਿਣਤੀ ਵਿੱਚ ਆਈਆਂ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੂੰ ਇਹ ਜਾਣਕਾਰੀ ਕਿ ਆਲ ਇੰਡੀਆ ਆਤਰ ਮਿਸ਼ਨ ਬਾਬਾ ਸੰਤ ਮਹਾਂਪੁਰਸ਼ ਬੰਤਾ ਰਾਮ ਖੇੜਾ ਜੀ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਜੋ ਕਾਰਜ ਬਾਬਾ ਬੰਤਾ ਰਾਮ ਖੇੜਾ ਜੀ ਨੇ ਆਲ ਇੰਡੀਆ ਆਤਰ ਮਿਸ਼ਨ ਦੇ ਮੈਂਬਰ ਬਣਾਉਣਾ, ਲੰਗਰ ਸੇਵਾਵਾਂ ਸੰਗਤਾਂ ਨੂੰ ਦੇਣੀਆਂ ਅਤੇ ਜੋ ਮਿਸ਼ਨ ਦੇ ਕਾਰਜ ਹਨ, ਵਿੱਦਿਆ ਦੇਣਾ, ਜੋ ਲੋੜਵੰਦ ਹਨ ਉਹਨਾਂ ਦੀ ਮਾਇਕ ਸਹਾਇਤਾ ਕਰਕੇ ਉਹਨਾਂ ਨੂੰ ਵਧੀਆ ਸਿਹਤ ਮੁਹੱਈਆ ਕਰਾਉਣਾ। ਉਹਨਾਂ ਦੇ ਵਿੱਚੋਂ ਜਿਸ ਤਰ੍ਹਾਂ ਕਿ ਫ੍ਰੀ ਅੱਖਾਂ ਦੇ ਕੈਂਪ, ਫ੍ਰੀ ਚੈੱਕਅਪ, ਫ੍ਰੀ ਲੈਂਜ ਪਾਉਣੇ, ਫ੍ਰੀ ਆਪਰੇਸ਼ਨ ਕਰਾਉਣੇ ਅਤੇ 1 ਮਹੀਨੇ ਦੀ ਫ੍ਰੀ ਦਵਾਈ ਦੇਣਾ, ਇਹ ਇਸ ਦੇ ਵਿੱਚ ਆਉਂਦਾ ਹੈ। ਸਾਡੇ ਨਾਲ ਮੌਜੂਦ ਨੇ ਸੰਤ ਸੁਰਿੰਦਰ ਦਾਸ ਜੀ ਜੋ ਕਿ ਕਲੱਬ ਦੇ ਪ੍ਰਧਾਨ ਨੇ। ਇਹਨਾਂ ਕੋਲ ਵੀ ਅਸੀਂ ਜਾਣਨਾ ਚਾਹਾਂਗੇ ਅੱਜ ਬਾਬਾ ਬੰਤਾ ਰਾਮ ਖੇੜਾ ਜੀ ਦਾ ਜਿਹੜਾ ਉਹ ਸਮਾਗਮ ਇੱਥੇ ਵੱਡੇ ਪੱਧਰ ਤੇ ਮਨਾਇਆ ਗਿਆ, ਉਹਨਾਂ ਦੇ ਸੰਘਰਸ਼ਮਈ ਜੀਵਨ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮਾਨਯੋਗ ਸੰਤ ਬਾਬਾ ਬੰਤਾ ਰਾਮ ਖੇੜਾ ਜੀ ਦਾ ਜੋ ਸੰਘਰਸ਼ ਹੈ, ਕਿਉਂਕਿ ਅਸੀਂ ਨਾਲ ਰਹਿ ਕੇ ਦੇਖਿਆ ਹੈ, 1981 ਦੇ ਵਿੱਚ ਉਹਨਾਂ ਦੇ ਨਾਲ ਸਾਡਾ ਮੇਲ ਜੋਲ ਹੋਇਆ, ਉਹਨਾਂ ਦੀ ਵਿਚਾਰਾਂ ਨੂੰ ਸੁਣਿਆ ਗਿਆ ਔਰ ਸੁਣਦੇ ਸਾਰ ਹੀ ਇੱਕ ਇਹੋ ਜਿਹਾ ਮਨ ਦੇ ਵਿੱਚ ਖਿਆਲ ਆਇਆ ਵੀ ਇਹਨਾਂ ਮਹਾਂਪੁਰਸ਼ਾਂ ਨੇ ਜਿਨ੍ਹਾਂ ਨੇ ਜਾ ਕੇ ਉੱਤਰ ਪ੍ਰਦੇਸ਼ ਦਾ ਜਿਹੜਾ ਬਨਾਰਸ ਕਾਂਸ਼ੀ ਸ਼ਹਿਰ ਹੈ, ਜਦੋਂ ਉਹਨਾਂ ਨੇ ਉੱਥੇ ਦੀ ਖੋਜ ਨੂੰ ਆਰੰਭਿਆ ਹੈ ਔਰ ਅਸੀਂ ਉੱਥੇ ਜਾ ਕੇ ਵੀ ਪਤਾ ਕੀਤਾ ਵੀ ਜਿਸ ਵਾਰ ਪਹਿਲੀ ਵਾਰ ਉਹ ਗਏ ਹੈ ਬਾਬਾ ਬੰਤਾ ਰਾਮ ਖੇੜਾ ਜੀ, ਉਹ ਆਪਣੇ ਨਾਲ ਕਫਨ ਲੈ ਕੇ ਗਏ ਆ, ਕਿਉਂਕਿ ਉਹਨਾਂ ਨੂੰ ਬਹੁਤ ਠੇਸ ਲੱਗੀ ਹੋਈ ਸੀ। ਮਿਲਟਰੀ ਦੇ ਵਿੱਚ ਉਹ ਸਰਵਿਸ ਕਰਦੇ ਸੀ ਔਰ ਉੱਥੇ ਇੱਕ ਉਹਨਾਂ ਨਾਲ ਬਹੁਤ ਛੂਆਛਾਤ ਦੇ ਮੁਤਾਬਕ ਇੱਕ ਬਹੁਤ ਭੈੜੀ ਹਰਕਤ ਹੋਈ ਸੀ, ਕਿਉਂਕਿ ਛੂਆਛਾਤ ਇੱਥੇ ਨਹੀਂ ਹੈ ਬਲਕਿ ਮਿਲਟਰੀ 'ਚ ਵੀ ਵੱਡੇ ਪੈਮਾਨੇ ਸੀ। ਜਦ ਕਿ ਉਹਨਾਂ ਦਾ ਜਦੋਂ ਅਸੀਂ ਪਿਛੋਕੜ ਦੇਖਦੇ ਹਾਂ, ਉਹਨਾਂ ਨੇ ਬਿਆਸ ਡੇਰੇ ਤੋਂ ਨਾਮਦਾਨ ਪ੍ਰਾਪਤ ਕੀਤਾ ਹੋਇਆ ਸੀ, ਪਰ ਵੀ ਉਹਨਾਂ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਉਹ ਇੰਨੇ ਜੁੜੇ ਹੋਏ ਸੀਗੇ, ਇੰਨੇ ਗੁਰੂ ਗ੍ਰੰਥ ਸਾਹਿਬ ਬਾਰੇ ਜਾਣਦੇ ਸੀ। ਜਦੋਂ ਮਿਲਟਰੀ ਸੀਗੇ ਤੇ ਉਹਨਾਂ ਦਾ ਜਿਹੜਾ ਸੰਘਰਸ਼ ਉੱਥੇ ਹੋਇਆ, ਕਿਉਂਕਿ ਮਿਲਟਰੀ ਦੇ ਵਿੱਚ ਉਹ ਪ੍ਰਸ਼ਾਦ ਵੰਡ ਰਹੇ ਸੀ ਤਾਂ ਇੱਕ ਜਾਤ ਬਮਾਨੀ ਨੇ ਇਹ ਗੱਲ ਕਹੀ ਵੀ ਤੇਰੇ ਹੱਥ ਤੋਂ ਪ੍ਰਸ਼ਾਦ ਨਹੀਂ ਲੈਣਾ, ਤੂੰ ਚਮਾਰ ਹੈ, ਇਸ ਕਰਕੇ ਜਿਹੜਾ ਪ੍ਰਸ਼ਾਦ ਆ ਪਿੱਟਿਆ ਗਿਆ। ਤਾਂ ਮਾਨਯੋਗ ਸੰਤ ਬਾਬਾ ਬੰਤਾ ਰਾਮ ਖੇੜੇ ਨੂੰ ਬੜੀ ਠੇਸ ਪਹੁੰਚੀ। ਉਹਨਾਂ ਨੇ 1 ਸਾਲ ਬਾਅਦ ਉਸ ਨੌਕਰੀ ਨੂੰ ਛੱਡ ਕੇ ਔਰ ਮਨ ਬਣਾਇਆ ਵੀ ਸਤਿਗੁਰੂ ਰਵਿਦਾਸ ਮਹਾਰਾਜ ਦਾ ਸਥਾਨ ਨੂੰ ਲੱਭਣਾ ਹੈ ਔਰ ਉਹਨਾਂ ਨੇ ਬਨਾਰਸ ਕਾਂਸ਼ੀ ਜਾ ਕੇ ਆਪਣਾ ਭੇਸ਼ ਬਦਲ ਕੇ ਔਰ ਅਲੱਗ-ਅਲੱਗ ਮੰਦਰਾਂ 'ਚ ਜਾ ਕੇ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਗੁਰੂ ਰਵਿਦਾਸ ਜੀ ਦਾ ਸਥਾਨ ਕਿੱਥੇ ਹੈ, ਕੋਈ ਹੋਏ ਹੈ, ਤਾਂ ਉਹ ਬੜੇ ਸੰਘਰਸ਼ ਦੇ ਨਾਲ ਉਸ ਨੂੰ ਲੱਭਣ 'ਚ ਕਾਮਯਾਬ ਹੋ ਗਏ। ਜਿੱਥੇ ਅੱਜ ਸ਼੍ਰੀ ਗੁਰਦੁਆਰਾ ਕਾਸ਼ੀ ਬਨਾਰਸ ਹਜ਼ਾਰਾਂ ਦੀਆਂ ਸੰਗਤਾਂ 'ਚ ਪੂਰੇ ਦੇਸ਼ ਕੀ ਵਿਦੇਸ਼ਾਂ ਤੋਂ ਵੀ ਸੰਗਤਾਂ ਆ ਕੇ ਉੱਥੇ ਨਤਮਸਤਕ ਹੁੰਦੀਆਂ ਔਰ ਇਸੇ ਤਰ੍ਹਾਂ ਉਹਨਾਂ ਦਾ ਸੰਘਰਸ਼ ਜਾਰੀ ਰਿਹਾ, ਇੱਥੇ ਤੱਕ ਵੀ ਜਾਰੀ ਰਿਹਾ। ਜਦੋਂ ਉਹਨਾਂ ਨੇ ਇੰਪਲਾਈਜ਼ ਯੂਨੀਅਨ SC ST ਯੂਨੀਅਨ ਬਣਾਈ ਰੇਲਵੇ ਦੇ ਵਿੱਚ, ਕਿਉਂਕਿ ਉਹਨਾਂ ਨੇ ਫਿਰ ਰੇਲਵੇ 'ਚ ਆ ਕੇ ਸਰਵਿਸ ਕਰ ਲਈ,
ਤੇ ਉਹਨਾਂ ਨੇ ਉਸ ਯੂਨੀਅਨ ਨੂੰ ਬਣਾ ਕੇ ਉਹ ਵੀ ਉਹਦੇ ਮਾਲਕ ਹੈ, ਫਾਊਂਡਰ ਹੈ। ਬਹੁਤ ਵੱਡੀ ਗੱਲ ਹੈ। ਅੱਜ ਪੂਰੇ ਦੇਸ਼ ਦੇ ਵਿੱਚ ਅਗਰ ਐਸੀਆਂ ਦੀ ਜੋ ਸ਼ਡਿਊਲ ਕਾਸਟ ਮੁਲਾਜ਼ਮ ਹੈ, ਅਗਰ ਉਹਨਾਂ ਦੀ ਯੂਨੀਅਨ ਸਭ ਤੋਂ ਵੱਡੀ ਰੇਲਵੇ ਦੀ ਸੈਂਟਰ ਗਵਰਨਮੈਂਟ ਜਿਹੜੀ ਰੇਲਵੇ ਹੈ ਉਹਦੇ ਵਿੱਚ ਹੈ, ਔਰ ਉਹ ਬਹੁਤ ਹੀ ਵੱਡੇ ਪੈਮਾਨੇ 'ਚ ਉਹਨਾਂ ਦਾ ਜਨਮ ਦਿਨ ਵੀ ਮਨਾਉਂਦੇ ਹੈ। ਤੇ ਉਹ ਜਿਹੜਾ ਉਹਨਾਂ ਦਾ ਪਰਿਵਾਰ ਹੈ, ਮਾਨਯੋਗ ਬਾਬਾ ਬੰਤਾ ਰਾਮ ਗੇੜਾ ਜੀ ਦਾ, ਉਹਦੇ ਪਰਿਵਾਰ ਨੂੰ ਉਹ ਵੱਡੇ ਪੈਮਾਨੇ 'ਚ ਮਾਨ ਸਨਮਾਨ ਉਹਨਾਂ ਦੀ ਯੂਨੀਅਨ ਦਿੰਦੀ ਆ ਰਹੀ ਹੈ। ਇਸ ਕਰਕੇ ਜਿਹੜਾ ਉਹਨਾਂ ਦਾ ਸੰਘਰਸ਼ ਹੈ, ਉਹ ਸੰਘਰਸ਼ ਦੇ ਮੁਤਾਬਕ ਅੱਜ ਤੁਸੀਂ ਦੇਖ ਰਹੇ ਆ ਵੀ ਜੇ ਆਪਾਂ ਗਿਣ ਲਈਏ, ਲੱਗਦਾ ਹੈ ਵੀ ਸਾਨੂੰ ਇਹ ਨੇੜੇ ਤੇੜੇ ਲੱਖ ਦੇ ਨੇੜੇ ਤੇੜੇ ਦੁਨੀਆ ਇੱਥੇ ਜਿਹੜੀ ਆ ਰਹੀ ਹੈ। 2 ਦਿਨ ਹੋ ਚੱਲੇ ਹੈ ਔਰ ਇੱਥੇ ਆ ਕੇ ਨਤਮਸਤ ਹੋ ਰਹੀ ਹੈ ਸ਼੍ਰੀ ਚਰਨ ਗੰਗਾ ਇਤਿਹਾਸਿਕ ਸਥਾਨ ਤੇ। ਇਹ ਵੀ ਇੱਕ ਵੱਡੀ ਦੇਣ ਹੈ ਉਹਨਾਂ ਦੀ ਟੀਮ ਦੀ, ਮਾਨਯੋਗ ਬਾਬਾ ਬੰਤਾ ਰਾਮ ਗੇੜਾ ਜੀ ਦੀ, ਔਰ ਜਿਨ੍ਹਾਂ ਨੇ ਇਸ ਚਰਨ ਗੰਗਾ ਨੂੰ ਲੱਭ ਕੇ ਸੰਗਤਾਂ ਦੇ ਹਵਾਲੇ ਕੀਤਾ ਹੈ। ਔਰ ਉਹਦੇ ਤਹਿਤ ਹੀ ਅੱਜ ਜਿੰਨੀਆਂ ਸੰਗਤਾਂ ਆ ਰਹੀਆਂ ਗੁਰੂ ਮਹਾਰਾਜ ਦੇ ਚਰਨਾਂ 'ਚ ਨਤਮਸਤ ਹੋ ਰਹੀਆਂ। ਇਹ ਸਾਡੇ ਰਾਜਕੁਮਾਰ ਜੀ ਮਹਾਂਪੁਰਸ਼ ਸੰਤ ਜੀ ਇਹ ਰੁੜਕੀ ਤੋਂ ਆਏ ਹੈ ਔਰ ਵੱਡੀ ਸੰਗਤ ਲੈ ਕੇ ਆਏ ਹੈ। ਔਰ ਇਸੇ ਤਰ੍ਹਾਂ ਅਮਰਕੰਟਕ ਤੋਂ ਸੰਗਤ ਆਈ ਹੈ, ਕਿਉਂਕਿ ਅਮਰਕੰਟਕ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਨਕਸ਼ਾ ਬਣਾਇਆ ਸੀ ਖੋਜਾਂ ਕਰਨ ਦਾ, ਜਿਹੜੀ ਉਹ ਖੋਜ ਪੂਰੀ ਨਹੀਂ ਕਰ ਸਕੇ, ਪਰ ਉਹ ਅੱਜ ਖੋਜ ਨੂੰ ਪੂਰਾ ਆਲ ਇੰਡੀਆ ਆਤਰ ਮਿਸ਼ਨ ਕਰ ਰਿਹਾ। ਜਿਹਦੇ ਜਿਹੜੇ ਬਾਨੀ ਹੈ ਇਸ ਟਾਈਮ ਜਿਹੜੇ ਉਹਨਾਂ ਦੇ ਥਾਂ ਤੇ ਹੈ ਮਾਨਯੋਗ ਸੰਤ ਸਤਵਿੰਦਰ ਹੀਰਾ ਜੀ, ਉਹ ਉਸ ਖੋਜ ਨੂੰ ਲੈ ਕੇ, ਉਸ ਚਾਰਟ ਨੂੰ ਲੈ ਕੇ ਨਵੀਆਂ ਖੋਜਾਂ ਵੀ ਹੋਈਆਂ। ਉਹ ਜਿਹੜਾ ਸਿਹਰਾ ਹੈ, ਉਹ ਸਿਹਰਾ ਤਾਂ ਸੰਤ ਬਾਬਾ ਬੰਤਾ ਰਾਮ ਗੇੜਾ ਜੀ ਨੂੰ ਹੀ ਜਾਂਦਾ ਹੈ ਕਿ ਉਹਨਾਂ ਨੇ ਇੱਕ ਇਹੋ ਜਿਹਾ ਚਾਰਟ ਬਣਾਤਾ ਪੂਰੇ ਦੇਸ਼ ਦਾ, ਜਿੱਥੇ ਜਿੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਗਏ ਹੈ। ਤੋ ਇੱਕ ਬਹੁਤ ਵੱਡੀ ਸਾਡੇ ਜਿਹੜੇ ਆ ਧਰਮੀ ਸਮਾਜ ਹੈ, ਬਹੁਤ ਵੱਡੀ ਪ੍ਰਾਪਤੀ ਹੈ, ਕਿਉਂਕਿ ਸਤਿਗੁਰੂ ਰਵਿਦਾਸ ਮਹਾਰਾਜ ਦਾ ਜੇ ਇਤਿਹਾਸ ਨੂੰ ਦੇਖੀਏ, ਸਾਨੂੰ ਲੱਗਦਾ ਹੈ ਵੀ ਉਹਨਾਂ ਦਾ ਇਤਿਹਾਸ ਨਹੀਂ ਰਹਿਣ ਦਿੱਤਾ। ਔਰ ਜਿੱਥੇ ਵੱਡੇ ਪੱਧਰ ਦੇ ਉੱਤੇ ਅਸੀਂ ਦੇਖਿਆ, ਜਿੱਥੇ ਉਹਨਾਂ ਨੇ ਸਤਸੰਗ ਕੀਤਾ ਹੈ, ਜਿਸ ਜਗ੍ਹਾ ਤੇ ਬੈਠੇ ਹੈ, ਉਹ ਸਾਡੇ ਕੋਲ ਜਗ੍ਹਾ ਨਹੀਂ ਹੈ। ਉਸ ਜਗ੍ਹਾ ਦੇ ਉੱਤੇ ਦੂਸਰੀਆਂ ਬਰਾਦਰੀਆਂ ਦੇ ਕਬਜ਼ੇ ਹੋਏ ਆ। ਇਸ ਕਰਕੇ ਅਸੀਂ ਉਹਨਾਂ ਨੂੰ ਤਾਂ ਨਹੀਂ ਛਡਾ ਸਕਦੇ, ਪਰ ਅਸੀਂ ਉਸ ਜਗ੍ਹਾ ਤੇ ਨਵੀਂ ਜਗ੍ਹਾ ਲੈ ਕੇ, ਨਵੀਂ ਖਰੀਦ ਕੇ, ਅਸੀਂ ਉਹ ਸਤਿਗੁਰੂ ਮਹਾਰਾਜ ਦੀ ਜਿਹੜਾ ਕੁਛ ਵੀ ਹੈ, ਜਿੱਥੇ ਧਾਰਮਿਕ ਸਥਾਨ ਹੈ, ਬਣਾ ਕੇ ਸੰਗਤਾਂ ਦੇ ਹਵਾਲੇ ਅਸੀਂ ਕਰ ਸਕਦੇ ਹਾਂ। ਉਹ ਜਿਹੜੀ ਕੋਸ਼ਿਸ਼ ਹੈ ਉਹ मानयोग संत हीरा जी लगे हुए हैं, इन्हों की कमेटी लगी हुई है। बाबा जी क्या नाम है आपका? महात्मा सुरेंद्र दास पुंडरीका। कहाँ से आए आप? बिहार, झारखंड, बंगाल से, बिहार, वो क्षेत्र हमारी है। अच्छा, आप यहाँ कैसे आए, कैसे पता चला बाबा बंताराम गीड़ा जी के बारे में पता चला, या कैसे हुआ, कैसे लगा यहाँ का समागम? ये यहाँ का प्रचार प्रसार टीवी पर था। अच्छा, टीवी पर चलता था उस समय में, तो टीवी को देखा, तो टीवी के माध्यम से वहाँ से ढूंढते एड्रेस पता था, उस माध्यम से यहाँ तक पहुँचा। फिर मैंने आया उत्तर में अम्बाला वाले ने खुरालगढ़ के विषय में बताया कि नागल डैम उधर के फिर यहाँ आना है। फिर यहाँ आया तो स्वामी लोगों से मुलाकात हुआ, हम परिचय पात्र हुआ आपस में, फिर आना जाना शुरू हुआ। फिर हम केंद्र के तरफ से हमें प्रभार दिया गया, उधर में हम संत थे पहले से जुड़े हुए थे, हमने रविदास धर्म संगठन से, वहाँ से बल्ला से। फिर यहाँ का व्यवहार धारा हमको अच्छा लगा, समता भाव यहाँ लगा, इस वजह से ये जो मिला, इसमें हम प्रचार प्रसार में जुट गए कि समतावादी है तो यहाँ ऑल इंडिया धर्म मिशन में है। स्वास्थ्य विभाग में स्वास्थ्य के लिए मैंने कई रोगी यहाँ लाया, उनको ऑपरेशन करवाया गया, कमेटी की तरफ से उनको ऑपरेशन करा के उसको ठीक ठाक करवा के भेजा गया। जो गुरुजी ने कहा था ताकि ऐसा चाहूँ राज में जहाँ मिले सबन को अन, छोट बड़ सब समबत से रविदास रहे प्रसन्न, उसी विचार पर कि ये कमेटी के आदि धर्म मिशन कमेटी काम कर रही है। इसमें हम सबको जोड़ रहे हैं और सबको जोड़े। हम जिला हरिद्वार से आए हुए हैं। हथियातल गांव आश्रम सच्चा धाम ट्रस्ट है, वहाँ से आए हुए। बाबा बंताराम जी खेड़ा के जन्मदिन के उपलक्ष्य में आए हुए, और साथ में इन्होंने हमारे गुरुजी स्वामी समन दास जी महाराज जी का भी रखा है। दोनों के जन्मदिन के खुशी में आए हुए, हमें बहुत अच्छा लगा। और यहाँ की जो कमेटी है, सुरेंद्र दास जी, सतविंदर हीरा दास जी और भी सदस्य सब हैं, इनका सेवा भाव बहुत दिल से छू गया, इसलिए हम बराबर आते रहते हैं यहाँ पे। इन लोगों की बहुत सेवा सराहनीय है समाज के प्रति। बाबा बंताराम जी ने हम समाज के लिए, भूले भटकों के लिए रास्ता दिखाया। यहाँ भी काशी जी में भी जिन्होंने संघर्ष करा, आज उनका संघर्ष संपूर्ण हो रहा है। उनके जन्मदिन की लाख लाख बधाइयाँ।
धन्यवाद। बहुत अच्छा लगा है। हम अमझरा कुंड ललितपुर जिला उत्तर प्रदेश से आए हैं और बहुत तरह के रीति रिवाज अच्छे हैं और हम लोग 21 लोग आए हैं यहाँ घूमने के लिए कि महाराज जी के दर्शन हुए हैं। सब माने महाराज जी हमें सब ने बुलाओ है, हम लोग आए हैं। मेरा नाम जीत राम है जी, हरियाणा। हरियाणा। हाँ जी, यमुनानगर जिला। यमुनानगर, ठीक है। मेरे ਨਾਲ ਕਿਵੇਂ ਜੁੜੇ ਤੁਸੀਂ? यहाँ से जी मेरे को कम से कम हो गए 15 साल तो हो गया थे इस जगह पर। हाँ जी, मैं काफ़ी दिन हो गए यहाँ आ रहा और आने में मेरे को यहाँ अच्छा कमेटी का बहुत प्रबंध अच्छा लगा। हाँ जी, और यहाँ का अच्छा प्रोग्राम बहुत ज़्यादा, यहाँ की मनोकामना बहुत ज़्यादा अच्छी होती है जी। कोई बीमार हो, किसी का कोई भी किसी प्रकार का रोगी हो ना, तो वो यहाँ से ठीक होता है जी। जो चल रहा है आपकी संतुष्टि है ना पूरी? बहुत ज़्यादा जी। आप कन्याकुमारी भी गए थे, गुरु जी का स्थान है वहाँ पर, हाँ कैसा लगा? वो क्या चीज है, उनके बारे में थोड़ा बताए। वहाँ जी मेरे को स्थान जो देखा महाराज जी का, वहाँ महाराज जी जो थे ना, वो शंख बजाने से रोक दिए थे उस जगह पर कन्याकुमारी के पास। अच्छा, तो कहने लगे भी आप सुधर जाति से हो, आप शंख नहीं बजा सकते यहाँ पर। महाराज जी ने कहा भी मेरे को क्या आप रोक रहे हैं शंख बजाने से, यहाँ जो है पेड़ भी शंख बजाएंगे जी। नहीं, उन पेड़ के ऊपर आज शंख लग रहा है जी, और मेरे पास शंख भी पड़े हैं, आप लगे हैं जी। नहीं, पेड़ के ऊपर। ये कन्याकुमारी से लाए? हाँ जी, वहीं से लेके आए जो पेड़ के ऊपर लगे हैं। हाँ जी, हाँ जी, बहुत अच्छा वहाँ का। हाँ जी, अब वहाँ जाएंगे जी अटका फिर। हाँ जी, अब लंगर देने जाएंगे वहाँ पे। हाँ जी, ठीक है, हाँ जी। ठीक है। बेटा आप कहाँ से आए हो? जी हम रुड़की से आए हैं। क्या नाम है आपका? जी बबली कुमारी। रुड़की कहाँ पड़ता है? जी वो हरिद्वार साइड। हरिद्वार साइड, उत्तराखंड में। जी हाँ। हाँ, यहाँ कैसे संपर्क हुआ, कैसा लगा, यहाँ कब आए? जी हम यहाँ पर काफी बार आ चुके हैं। हम इस बार हम 6 बार आ चुके हैं यहाँ पे। हमें बहुत अच्छा लगा। हम जब भी हमें मौका मिलता है हम यहाँ पे आते हैं। जब पहले आए थे कैसे पता चला था, यहाँ का कैसे पता चला? जी हम वो हमारे गांव के जो ताऊ जी है ना, हाँ। पहले से ही मतलब गुरु रविदास मिशन में जुड़े हुए हैं, तो वो हम भी उनके साथ में जुड़े हैं, तो इसलिए हम आते हैं यहाँ पे। अब कैसा लगा यहाँ? जी हमें बहुत अच्छा लगा। कब आए थे? हम कल आए थे यहाँ पे। तो अब रहोगे यहाँ? नहीं, हाँ कल जाएंगे, आज रहेंगे हम यहाँ पे। ठीक है। यहाँ के प्रबंधक हैं जो उन्होंने जो प्रबंध किया, जो आपकी संतुष्टि है, कैसे जी लगा? बिल्कुल, बहुत अच्छा प्रोग्राम कर रखा है इन्होंने। होता है जी। नवागांव? हाँ जी, कब आए? हम आ जाए। आज आए। हाँ। कैसा लगा जहाँ, कैसे आए आप? आज मैंने आज 10 साल हो गए। मेरे अंदर पथरी थी 5। पहला अपेंडिक्स का ऑपरेशन हुआ था, प्लास्टिक की नाली पाई हो गई थी। डॉक्टर साहब जवाब दे गए थे, तो मैं 40,000 रुपया लेके मैं डॉक्टर को गई। डॉक्टर मैंने जवाब देता, मगर भी इतना खतरा है। मैं बीबी बाणा ने सुना भी चरण सो गंगा जाना है, सज्जे उठे गए गलत गंगा चलाई है तो उत्थे राम होना। तो मेरे जो पाछे राम मैं 40,000 का लंगर ते ला दी। अब तसल्ली है आपकी? हाँ तो ठीक हो? मैं ठीक। ਸੋ ਇਹ ਸਨ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸੰਤ ਸਤਵਿੰਦਰ ਹੀਰਾ ਜੀ, ਸੰਤ ਸਰਵਣਦਾਸ ਜੀ, ਸੰਤ ਸੁਰਿੰਦਰਦਾਸ ਜੀ ਤੇ ਹੋਰ ਵੱਖ-ਵੱਖ ਸੂਬਿਆਂ ਤੋਂ ਆਏ ਸੰਤ ਮਹਾਂਪੁਰਸ਼ ਅਤੇ ਵੱਖ-ਵੱਖ ਸੂਬਿਆਂ ਤੋਂ ਆਈ ਸੰਗਤ, ਜਿਨ੍ਹਾਂ ਨੇ ਇੱਥੇ ਦੇ ਸ਼੍ਰੀ ਖੁਰਾਲਗੜ੍ਹ ਸਾਹਿਬ ਬਾਰੇ ਜਿਹੜੀ ਆਪਣੀ ਆਸਥਾ ਪ੍ਰਗਟਾਈ ਆ ਔਰ ਆਪਣੀ ਤਸੱਲੀ ਪ੍ਰਗਟ ਕੀਤੀ ਆ। ਇਸ ਨੂੰ ਵੱਖ-ਵੱਖ ਜਿਹੜੇ ਉਹ ਖੁਰਾਲਗੜ੍ਹ ਸਾਹਿਬ ਨੂੰ ਨਾਮ ਵੀ ਦਿੱਤੇ ਆ। ਅੱਜ ਲਈ ਸਿਰਫ ਇੰਨਾ ਹੀ। ਹੁਣ ਮੈਨੂੰ ਨਵਾਂ ਸ਼ਹਿਰ ਤੋਂ ਪੱਤਰਕਾਰ ਗੁਰਬਖਸ਼ ਸਿੰਘ ਮੇਹੇ ਨੂੰ ਦਿਓ ਇਜਾਜ਼ਤ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਅਜੀਤ ਦੇ ਸਮੂਹ ਪਾਠਕਾਂ ਨੂੰ ਅਤੇ ਅਜੀਤ ਵੈਬ ਟੀਵੀ ਦੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।